ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਅੱਜ ਤੁਹਾਡੇ ਨਾਲ ਇੱਕ ਅਜਿਹੀ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡਾ ਵਿਸ਼ਵਾਸ ਗੁਰੂ ਸਾਹਿਬਾਂ ਦੇ ਉੱਤੇ ਹੋਰ ਵੀ ਪੱਕਾ ਹੋ ਜਾਵੇਗਾ ਅਤੇ ਇਹ ਵੀ ਯਕੀਨ ਹੋ ਜਾਵੇਗਾ ਕਿ ਇੱਕ ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਬੇਨਤੀ ਕਿਵੇਂ ਕਬੂਲ ਹੁੰਦੀ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ। ਗੱਜ ਕੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ। ਮੌਤ ਨੇ ਇੱਕ ਨਾ ਇੱਕ ਦਿਨ ਸਭ ਨੂੰ ਹੀ ਆਉਣੀ ਹੈ ਅਤੇ ਆਤਮਾ ਨੇ ਸਰੀਰ ਨੂੰ ਛੱਡ ਕੇ ਦੂਸਰੇ ਲੋਕ ਦੇ ਵਿੱਚ ਚਲਿਆ ਜਾਣਾ ਹੈ। ਇੱਕ ਐਸਾ ਮੰਡਲ ਜਿਸ ਦੇ ਵਿੱਚ ਜੋ ਇੱਕ ਅਨਦ੍ਰਿਸ਼ ਮੰਡਲ ਹੈ। ਇਸ ਮਾਰਗ ਨੂੰ ਗੁਰਬਾਣੀ ਵਿੱਚ ਵੀ ਆਖਿਆ ਗਿਆ ਹੈ, ਜਹਾਂ ਮਾਰਗ ਕੇ ਗਾਣੇ ਜਾਹੇ ਨਾ ਕੋਸਾ ਏਕ। ਐਸਾ ਮਾਰਗ ਜਿੱਥੇ ਜਾਂਦਿਆਂ ਸਮੇਂ ਕੋਈ ਨਹੀਂ ਗਿਣੇ ਜਾਂਦੇ। ਇਹ ਮਾਰਗ ਕਿਹੜਾ ਹੈ ਅਤੇ ਯਮਰਾਜ ਦੀ ਕਚਹਿਰੀ ਵਿੱਚ ਪਹੁੰਚਣ ਨੂੰ ਕਿੰਨਾ ਸਮਾਂ ਲੱਗਦਾ ਹੈ, ਇਸ ਬਾਰੇ ਮਹਾਪੁਰਸ਼ ਦੱਸਦੇ ਹਨ ਕਿ ਆਤਮਾ ਪਾਪ ਦੇ ਨਾਲ ਜਿੰਨੀ ਭਰੀ ਹੋਵੇ ਓਨਾ ਹੀ ਰਸਤਾ ਵੱਧ ਹੁੰਦਾ ਹੈ ਅਤੇ ਆਤਮਾ ਜਿੰਨੇ ਵੀ ਘੱਟ ਪਾਪ ਦੇ ਕਾਰਨ ਜਿੰਨੀ ਵੀ ਹਲਕੀ ਹੋਵੇ ਓਨਾ ਹੀ ਸਮਾਂ ਘੱਟ ਲੱਗਦਾ ਹੈ। ਉਹ ਗੁਰਮੁਖ ਪਿਆਰਿਓ ਜੋ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੁੰਦੇ ਹਨ, ਚਾਹੇ ਉਹ ਹਿੰਦੂ ਹੋਵੇ, ਮੁਸਲਮਾਨ ਹੋਣ ਜਾਂ ਫਿਰ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਜੇਕਰ ਉਸ ਦੀ ਆਤਮਾ ਤੇ ਕਰਮ ਪਰਮਾਤਮਾ ਦੇ ਨਾਲ ਇਕਮਿਕ ਹੁੰਦੇ ਹਨ ਤਾਂ ਉਸ ਦੇ ਲਈ ਮਾਰਗ ਵੱਖਰਾ ਹੁੰਦਾ ਹੈ। ਅੱਜ ਤੁਹਾਨੂੰ ਇੱਕ ਅਜਿਹੀ ਘਟਨਾ ਦੇ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਵਿੱਚ ਇਹ ਗੱਲ ਸਾਫ਼ ਹੁੰਦੀ ਹੈ ਕਿ ਪਰਮਾਤਮਾ ਦੀ ਕਚਹਿਰੀ ਨੂੰ ਜਾਣ ਲਈ ਕਿੰਨਾ ਸਮਾਂ ਲੱਗਦਾ ਹੈ। ਇਹ ਘਟਨਾ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਜੀਵਨ ਦੀ ਹੈ। ਇੱਕ ਵਾਰ ਇੱਕ ਪੰਡਿਤ ਜੀ ਜੋ ਵੈਦ ਪੁਰਾਣਾਂ ਦੇ ਵੱਡੇ ਗਿਆਤਾ ਸੀ, ਉਹ ਬਾਬਾ ਕਰਮ ਸਿੰਘ ਜੀ ਦੀ ਉਸਤਤ ਸੁਣ ਕੇ ਉਹਨਾਂ ਦੇ ਦਰਸ਼ਨਾਂ ਲਈ ਆਏ। ਜਦੋਂ ਬਾਬਾ ਜੀ ਨੂੰ ਪਤਾ ਲੱਗਾ ਕਿ ਪੰਡਤ ਜੀ ਚੋਟੀ ਦੇ ਸ਼ਖਸੀਅਤ ਹਨ ਅਤੇ ਵੈਦ ਪੁਰਾਣਾਂ ਦੇ ਮਹਾਨ ਗਿਆਤਾ ਹਨ ਤਾਂ ਬਾਬਾ ਜੀ ਨੇ ਬੜੇ ਪਿਆਰ ਦੇ ਨਾਲ ਪੰਡਤ ਜੀ ਦਾ ਸਵਾਗਤ ਕੀਤਾ। ਪੰਡਤ ਜੀ ਦੇ ਰਹਿਣ ਦੇ ਲਈ ਉਹਨਾਂ ਨੂੰ ਇੱਕ ਵੱਖਰਾ ਕਮਰਾ ਦਿੱਤਾ ਗਿਆ ਅਤੇ ਪੰਡਤ ਜੀ ਸੇਵਾ ਲਈ ਡਿਊਟੀ ਦੇ ਲਈ 2 ਸਿੰਘ ਲਗਾ ਦਿੱਤੇ। ਜੇਕਰ ਪੰਡਤ ਜੀ ਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਸੇਵਾ ਪਾਣੇ ਦੀ ਲੋੜ ਹੋਵੇ ਤਾਂ ਉਹ ਸਿੰਘ ਤਤਪਰ ਤਿਆਰ ਰਹਿੰਦੇ ਸੀ। ਪਰ ਪੰਡਤ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਜੇਕਰ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਨੂੰ ਵੈਦ ਪੁਰਾਣਾਂ ਦੀ ਕਥਾ ਸੁਣਾਉਣਾ ਚਾਹੁੰਦਾ ਹਾਂ। ਬਾਬਾ ਕਰਮ ਸਿੰਘ ਜੀ ਨੇ ਕਿਹਾ ਕਿ ਅਸੀਂ ਕਥਾ ਵਿਚਾਰ ਜ਼ਰੂਰ ਸੁਣਾਂਗੇ, ਪਰ ਸਵੇਰ ਦੇ ਵੇਲੇ ਸੰਗਤਾਂ ਦਾ ਜ਼ਿਆਦਾ ਜ਼ੋਰ ਹੁੰਦਾ ਹੈ, ਦੀਵਾਨਾਂ ਦੇ ਵਿੱਚ ਹਾਜ਼ਰੀ ਭਰਨੀ ਹੁੰਦੀ ਹੈ ਅਤੇ ਰਾਗੀ ਸਿੰਘਾਂ ਨੇ ਵੀ ਕੀਰਤਨ ਕਰਨਾ ਹੁੰਦਾ ਹੈ। ਸੋ ਇਸ ਕਰਕੇ ਸਵੇਰ ਵੇਲੇ ਤਾਂ ਸੰਭਵ ਨਹੀਂ ਹੈ। ਤੁਸੀਂ ਰਾਤ ਦੇ ਵੇਲੇ ਸਾਨੂੰ ਕਥਾ ਜ਼ਰੂਰ ਸਰਵਣ ਕਰਵਾ ਦਿਆ ਕਰੋ। ਸੋ 10 ਵਜੇ ਦਾ ਟਾਈਮ ਕਥਾ ਸਰਵਣ ਕਰਨ ਦੇ ਲਈ ਮਿਥਿਆ ਗਿਆ। ਰਾਤ ਦੇ 10 ਵਜੇ ਪੰਡਤ ਜੀ ਬਾਬਾ ਜੀ ਦੇ ਕਮਰੇ ਦੇ ਵਿੱਚ ਆਏ ਅਤੇ ਕਥਾ ਸਰਵਣ ਕਰਵਾਉਣ ਲੱਗੇ। ਉਹਨਾਂ ਦਿਨਾਂ ਦੇ ਵਿੱਚ ਬਾਬਾ ਜੀ ਦੀ ਸਿਹਤ ਕੁਝ ਠੀਕ ਨਹੀਂ ਰਹਿੰਦੀ ਸੀ ਅਤੇ ਬਾਬਾ ਜੀ ਦੇਸੀ ਦਵਾਈ ਦਾ ਇਸਤੇਮਾਲ ਕਰਦੇ ਸੀ। ਉਸ ਸਮੇਂ ਵਿੱਚ ਬਾਬਾ ਜੀ ਦੀ ਸੇਵਾ ਦੇ ਵਿੱਚ ਇੱਕ ਮਸਤਾਨਾ ਸਿੰਘ ਰਹਿੰਦਾ ਸੀ। ਉਸ ਮਸਤਾਨੇ ਸਿੰਘ ਦੀ ਡਿਊਟੀ ਬਾਬਾ ਜੀ ਦੀ ਦਵਾਈ ਦੇਣ ਤੇ ਲੱਗੀ ਸੀ। ਸੋ ਪੰਡਤ ਜੀ ਕਥਾ ਸ਼ੁਰੂ ਕਰ ਰਹੇ ਸੀ। ਪੰਡਤ ਜੀ ਨੇ ਗਰੁੜ ਪੁਰਾਣ ਦੀ ਕਥਾ ਸ਼ੁਰੂ ਕੀਤੀ। ਪੰਡਤ ਜੀ ਬਾਬਾ ਜੀ ਨੂੰ ਕਥਾ ਸਰਵਣ ਕਰਵਾ ਰਹੇ ਸੀ ਕਿ ਉਹ ਮਸਤਾਨਾ ਸਿੰਘ ਕਮਰੇ ਦੇ ਵਿੱਚ ਆ ਜਾਂਦਾ ਹੈ ਅਤੇ ਬਾਬਾ ਜੀ ਦੇ ਲਈ ਦੁੱਧ ਅਤੇ ਦਵਾ ਲੈ ਕੇ ਆਉਂਦਾ ਹੈ। ਚਲਦੀ ਕਥਾ ਦੇ ਵਿੱਚ ਹੀ ਮਸਤਾਨਾ ਸਿੰਘ ਕਹਿੰਦੇ ਹਨ ਕਿ ਬਾਬਾ ਜੀ, ਪਹਿਲਾਂ ਤੁਸੀਂ ਦੁੱਧ ਦੇ ਨਾਲ ਆਪਣੀ ਦਵਾ ਛਕ ਲਵੋ। ਬਾਬਾ ਜੀ ਨੇ ਕਿਹਾ ਕਿ ਪੰਡਤ ਜੀ ਕਥਾ ਸਰਵਣ ਕਰ ਰਹੇ ਹਨ, ਕਥਾ ਤੋਂ ਬਾਅਦ ਛਕ ਲਵਾਂਗੇ। ਉਹ ਮਸਤਾਨਾ ਸਿੰਘ ਦੁੱਧ ਅਤੇ ਦਵਾ ਫੜ ਕੇ ਇੱਕ ਪਾਸੇ ਖੜਾ ਹੋ ਗਿਆ ਅਤੇ ਕਥਾ ਸਰਵਣ ਕਰਨ ਲੱਗੇ। ਪੰਡਤ ਜੀ ਗਰੁੜ ਪੁਰਾਣ ਦੀ ਕਥਾ ਕਰ ਰਹੇ ਸੀ ਕਿ ਯਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚਣ ਦੇ ਲਈ ਇੱਕ ਜੀਵ ਆਤਮਾ ਨੂੰ ਕਮ ਸੇ ਕਮ 5 ਸਾਲ ਦਾ ਸਮਾਂ ਲੱਗਦਾ ਹੈ। ਪੰਡਤ ਜੀ ਦੇ ਵਿਚਾਰ ਬਾਬਾ ਜੀ, ਮਸਤਾਨਾ ਸਿੰਘ ਅਤੇ ਹੋਰਨਾਂ ਸੰਗਤਾਂ ਵੀ ਸੁਣ ਰਹੀਆਂ ਸੀ। ਫਿਰ ਮਸਤਾਨੇ ਸਿੰਘ ਨੇ ਆਪਣੀ ਮੌਜ ਦੇ ਵਿੱਚ ਕਹਿਣ ਲੱਗੇ ਕਿ ਬਾਬਾ ਜੀ, ਤੁਸੀਂ ਪਹਿਲਾਂ ਦਵਾ ਛਕ ਲਵੋ। ਬਾਬਾ ਜੀ ਨੇ ਫਿਰ ਕਿਹਾ ਕਿ ਦੁੱਧ ਦਵਾ ਕਥਾ ਤੋਂ ਬਾਅਦ ਹੀ ਛਕਾਂਗੇ। ਪੰਡਤ ਜੀ ਨੇ ਫਿਰ ਆਪਣੀ ਕਥਾ ਸ਼ੁਰੂ ਕਰ ਦਿੱਤੀ। ਪੰਡਤ ਜੀ ਦੱਸਣ ਲੱਗੇ ਕਿ ਯਮਰਾਜ ਦੀ ਕਚਹਿਰੀ ਦੇ ਵਿੱਚ ਕਿਵੇਂ ਵੱਖੋ ਵੱਖਰੇ ਕਮਰੇ ਯਮਰਾਜ ਦੀ ਕਚਹਿਰੀ ਦੇ ਵਿੱਚ ਕਿਵੇਂ ਵੱਖਰੇ ਵੱਖਰੇ ਕਰਮਾਂ ਦੀਆਂ ਸਜ਼ਾਵਾਂ ਮਿਲਦੀਆਂ ਹਨ। ਇਸ ਤਰ੍ਹਾਂ ਦੇ ਵਿਚਾਰ ਉਹਨਾਂ ਦੇ ਵਿੱਚ ਚੱਲ ਰਹੇ ਸੀ। ਫਿਰ ਮਸਤਾਨੇ ਸਿੰਘ ਨੇ ਕਿਹਾ ਕਿ ਬਾਬਾ ਜੀ, ਤੁਹਾਡੀ ਸਿਹਤ ਖਰਾਬ ਹੈ, ਪਹਿਲਾਂ ਤੁਸੀਂ ਦਵਾ ਲੈ ਲਵੋ। ਪਰ ਬਾਬਾ ਜੀ ਨੇ ਫਿਰ ਮਨਾ ਕਰ ਦਿੱਤਾ। ਕਥਾ ਫਿਰ ਸ਼ੁਰੂ ਹੋ ਗਈ ਕਿ ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚਣ ਦੇ ਲਈ 5 ਸਾਲ ਦਾ ਸਮਾਂ ਲੱਗਦਾ ਹੈ। ਪਰ ਇਹ ਸੁਣ ਕੇ ਮਸਤਾਨਾ ਸਿੰਘ ਆਪਣੀ ਮੌਜ ਦੇ ਵਿੱਚ ਆ ਗਏ
ਕਿਹਾ ਜਾਂਦਾ ਹੈ ਕਿ ਜੋ ਮਸਤਾਨੇ ਸਿੰਘ ਹੁੰਦੇ ਹਨ ਉਹਨਾਂ ਦੀ ਬਿਰਤੀ ਬਹੁਤ ਹੀ ਉੱਚੀ ਹੁੰਦੀ ਹੈ। ਸਹਿ ਸੁਭਾਅ ਆਪਣੀ ਮੌਜ ਦੇ ਵਿੱਚ ਜੋ ਵੀ ਗੱਲ ਕਹਿੰਦੇ ਹਨ ਉਹ ਪੂਰੀ ਹੋ ਜਾਂਦੀ ਹੈ। ਸੋ ਉਸ ਦਿਨ ਵੀ ਇਹ ਕਥਾ ਸੁਣ ਕੇ ਮਸਤਾਨਾ ਸਿੰਘ ਆਪਣੀ ਮੌਜ ਦੇ ਵਿੱਚ ਆ ਗਏ ਅਤੇ ਪੰਡਤ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਕੀ 5 ਸਾਲ ਲਾਈ ਹੋਈ ਹੈ ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚਣ ਦੇ ਲਈ। ਪੰਡਤ ਜੀ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਯਮਰਾਜ ਦੇ ਦਰਸ਼ਨ ਕਰਵਾ ਦਿੰਦਾ ਹਾਂ ਤੁਹਾਡੇ ਇਸੇ ਕਮਰੇ ਦੇ ਵਿੱਚ ਹੀ। ਮਸਤਾਨੇ ਸਿੰਘ ਦੀ ਇਹ ਗੱਲ ਸੁਣ ਕੇ ਉੱਥੇ ਬੈਠੀਆਂ ਸੰਗਤਾਂ ਸਾਰੀਆਂ ਹੈਰਾਨ ਹੋ ਗਈਆਂ। ਮਸਤਾਨੇ ਸਿੰਘ ਦੀ ਇਹ ਗੱਲ ਸੁਣ ਕੇ ਪੰਡਤ ਜੀ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਅਤੇ ਉਹਨਾਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਇਹ ਸਿੰਘ ਕੀ ਕਹਿ ਰਿਹਾ ਹੈ। ਤਾਂ ਬਾਬਾ ਜੀ ਨੇ ਕਿਹਾ ਕਿ ਇਹਨਾਂ ਦੀ ਗੱਲਾਂ ਦਾ ਗੁੱਸਾ ਨਾ ਕਰੋ, ਇਹ ਮਸਤਾਨੇ ਸਿੰਘ ਹਨ, ਇਹਨਾਂ ਦੀ ਬਿਰਤੀ ਬਹੁਤ ਉੱਚੀ ਹੁੰਦੀ ਹੈ। ਪਰ ਪੰਡਤ ਜੀ ਨੇ ਉਸ ਦੀ ਗੱਲ ਦਾ ਗੁੱਸਾ ਕੀਤਾ ਤੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ। ਪੰਡਤ ਜੀ ਨੇ ਮਸਤਾਨੇ ਸਿੰਘ ਨੂੰ ਕਿਹਾ ਕਿ ਮੈਨੂੰ ਧਰਮਰਾਜ ਦੇ ਦਰਸ਼ਨ ਕਰਵਾਓ। ਹੁਣ ਇਹ ਇਸ ਸਮੇਂ ਮਸਤਾਨੇ ਨੇ ਦਵਾ ਤੇ ਦੁੱਧ ਬਾਬੇ ਨੂੰ ਦੇ ਦਿੱਤਾ ਅਤੇ ਕਿਹਾ ਬਾਬਾ ਜੀ ਤੁਸੀਂ ਦਵਾ ਤੇ ਦੁੱਧ ਛਕੋ, ਮੈਂ ਪੰਡਤ ਜੀ ਨੂੰ ਧਰਮਰਾਜ ਦੀ ਕਚਹਿਰੀ ਦਾ ਗੇੜਾ ਮਰਵਾ ਕੇ ਆਉਣਾ ਹਾਂ। ਇਹਨੇ ਹੀ ਗੱਲ ਕਹਿ ਕੇ ਉਸ ਮਸਤਾਨੇ ਸਿੰਘ ਨੇ ਆਪਣੀ ਮਿਹਰ ਭਰੀ ਨਿਗਾਹ ਪੰਡਤ ਜੀ ਦੇ ਵੱਲ ਮਾਰੀ ਅਤੇ ਇੱਕ ਛਣ ਦੇ ਵਿੱਚ ਹੀ ਪੰਡਤ ਜੀ ਅਤੇ ਮਸਤਾਨਾ ਸਿੰਘ ਆਪਣੇ ਆਪ ਨੂੰ ਯਮਰਾਜ ਦੇ ਦਵਾਰ ਦੇ ਉੱਤੇ ਖੜਾ ਪਾਉਂਦੇ ਹਨ। ਪੰਡਤ ਜੀ ਹੈਰਾਨੀ ਦੀ ਕੋਈ ਵੀ ਹੱਦ ਨਹੀਂ ਰਹਿੰਦੀ। ਇਹ ਇੱਕ ਵੱਖਰਾ ਹੀ ਲੋਕ ਸੀ ਜਿਸ ਨੂੰ ਦੇਖ ਕੇ ਪੰਡਤ ਜੀ ਦੰਗ ਰਹਿ ਗਏ। ਉਹਨਾਂ ਨੇ ਦੇਖਿਆ ਕਿ ਯਮਰਾਜ ਆਪਣੇ ਸਥਾਨ ਤੇ ਬੈਠ ਕੇ ਨਿਆਂ ਕਰ ਰਿਹਾ ਹੈ। ਧਰਮਰਾਜ ਨੇ ਜਦੋਂ ਮਸਤਾਨੇ ਸਿੰਘ ਨੂੰ ਦੇਖਿਆ ਤਾਂ ਧਰਮਰਾਜ ਨੇ ਉਸ ਦਾ ਸਵਾਗਤ ਕੀਤਾ। ਮਸਤਾਨੇ ਸਿੰਘ ਨੇ ਕਿਹਾ ਕਿ ਪੰਡਤ ਜੀ ਦੇ ਮਨ ਦੇ ਵਿੱਚ ਵਿਚਾਰ ਸੀ ਕਿ ਧਰਮਰਾਜ ਦੇ ਕੋਲ ਪਹੁੰਚਣ ਦੇ ਲਈ ਇੱਕ ਜੀਵ ਆਤਮਾ ਨੂੰ 5 ਸਾਲ ਦਾ ਸਮਾਂ ਲੱਗਦਾ ਹੈ। ਉਹਨਾਂ ਦਾ ਇਹ ਭਰਮ ਦੂਰ ਕਰਨ ਦੇ ਲਈ ਮੈਂ ਇਹਨਾਂ ਨੂੰ ਤੁਹਾਡੇ ਦਰਸ਼ਨਾਂ ਦੇ ਲਈ ਲੈ ਕੇ ਆਇਆ ਹਾਂ। ਇਹ ਕਿਸੇ ਵੀ ਲੋਕ ਦੇ ਵਿੱਚ ਇੱਕ ਛਣ ਦੇ ਵਿੱਚ ਪਹੁੰਚ ਜਾਂਦੇ ਹਨ। ਪੰਡਤ ਜੀ ਨੂੰ ਹਲੇ ਵੀ ਯਕੀਨ ਨਹੀਂ ਹੋ ਰਿਹਾ ਸੀ। ਉਹਨਾਂ ਨੂੰ ਹਲੇ ਵੀ ਇਹ ਲੱਗ ਰਿਹਾ ਸੀ ਕਿ ਜਿਵੇਂ ਉਹ ਸੁਪਨਾ ਦੇਖ ਰਹੇ ਹੋਣ। ਉਹਨਾਂ ਨੇ ਜੋ ਕੁਝ ਵੀ ਵੇਦ ਪੁਰਾਣਾਂ ਦੇ ਵਿੱਚ ਪੜ੍ਹਿਆ ਸੀ ਉਹ ਪੰਡਤ ਜੀ ਸਾਫ਼-ਸਾਫ਼ ਦੇਖ ਰਹੇ ਸੀ। ਇਹ ਸਭ ਕੁਝ ਦੇਖ ਕੇ ਪੰਡਤ ਜੀ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਉਹ ਤਾਂ ਬਾਬਾ ਜੀ ਦੇ ਕਮਰੇ ਦੇ ਵਿੱਚ ਬੈਠ ਕੇ ਗਰੁੜ ਪੁਰਾਣ ਦੀ ਕਥਾ ਸਰਵਣ ਕਰਵਾ ਰਹੇ ਸੀ ਅਤੇ ਪੰਡਤ ਜੀ ਦਾ ਮਨ ਤਾਂ ਯਮਰਾਜ ਦੀ ਕਚਹਿਰੀ ਦੇਖਣ ਦਾ ਸੀ। ਪੰਡਤ ਜੀ ਨੇ ਧਰਮਰਾਜ ਨੂੰ ਸਾਰੀ ਗੱਲ ਦੱਸੀ। ਧਰਮਰਾਜ ਨੇ ਕਿਹਾ ਕਿ ਪੰਡਤ ਜੀ ਹੁਣ ਤੁਸੀਂ ਆਪਣੇ ਮਾਸਲੋਕ ਵਿੱਚ ਜਾਓ, ਪਰਮਾਤਮਾ ਦੀ ਸੇਵਾ ਦੇ ਵਿੱਚ ਲੱਗੋ, ਤੁਹਾਡੇ ਦੁਆਰ ਵੀ ਪਰਮਾਤਮਾ ਤੱਕ ਖੁੱਲ ਜਾਣਗੇ। ਫਿਰ ਤੁਹਾਡੇ ਇਹਨਾਂ ਮੰਡਲਾਂ ਦੇ ਦਰਸ਼ਨ ਕਰ ਲਿਓ। ਫਿਰ ਮਸਤਾਨੇ ਸਿੰਘ ਨੇ ਆਪਣੀ ਮਿਹਰ ਭਰੀ ਨਿਗਾਹ ਪੰਡਤ ਜੀ ਦੇ ਉੱਤੇ ਮਾਰੀ ਅਤੇ ਅੱਖ ਝਪਕਦੇ ਹੀ ਉਹ ਉਸੇ ਕਮਰੇ ਦੇ ਵਿੱਚ ਪਹੁੰਚ ਗਏ ਜਿੱਥੇ ਕਥਾ ਚੱਲ ਰਹੀ ਸੀ। ਪੰਡਤ ਜੀ ਦੀ ਉਹ ਦ੍ਰਿਸ਼ ਦੇਖ ਕੇ ਹੈਰਾਨ ਹੋ ਗਏ। ਜਦੋਂ ਉੱਥੇ ਪਹੁੰਚੇ ਤਾਂ ਬਾਬਾ ਜੀ ਪੰਡਤ ਜੀ ਵੱਲ ਦੇਖ ਕੇ ਮੁਸਕਰਾ ਰਹੇ ਸੀ। ਬਾਬਾ ਜੀ ਨੇ ਕਿਹਾ ਕਿ ਕਿਉਂ ਪੰਡਤ ਜੀ ਧਰਮਰਾਜ ਦੇ ਦਰਸ਼ਨ ਹੋਏ? ਇਹ ਸੁਣ ਕੇ ਪੰਡਤ ਜੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਡਿੱਗ ਗਏ ਅਤੇ ਕਹਿਣ ਲੱਗੇ ਧੰਨ ਹੋ ਤੁਸੀਂ ਅਤੇ ਧੰਨ ਹੈ ਉਹ ਗੁਰੂ ਜਿਨ੍ਹਾਂ ਦੇ ਤੁਸੀਂ ਸੇਵਕ ਇੰਨੀ ਉੱਚੀ ਬਿਰਤੀ ਰੱਖਦੇ ਹੋ। ਉਹਨਾਂ ਦਾ ਗੁਰੂ ਕਿੰਨੀ ਉੱਚੀ ਬਿਰਤੀ ਦਾ ਮਾਲਕ ਹੋਵੇਗਾ। ਸੋ ਦੋਸਤੋ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ। ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।